TBN ਨੈਟਵਰਕ ਤੋਂ ਦਵਿੰਦਰ ਸਿੰਘ ਬੈਨੀਪਾਲ ਆਪ ਸਭਨਾਂ ਦਾ ਹਾਰਦਿਕ ਸਵਾਗਤ ਕਰ ਰਿਹਾ ਹੈ। ਆਪ ਸਭਨਾਂ ਨੂੰ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ ਆਓ ਅੱਜ ਬੈਨੀਪਾਲ ਸ਼ੋਅ ਵਿੱਚ ਜਿਹੜੀਆਂ ਖਬਰਾਂ ਵਿਚਾਰੀਆਂ ਜਾਣੀਆਂ ਨੇ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਟਰੰਪ ਨੇ ਕੀਤਾ ਆਪਣੀ ਜਿੱਤ ਦਾ ਐਲਾਨ। ਚੋਣ ਕਮਿਸ਼ਨ ਵੱਲੋਂ ਸੋਨੂ ਸੂਦ ਪੰਜਾਬ ਲਈ ਆਈਕਨ ਨਿਯੁਕਤ। ਟਰੰਪ ਨੇ ਚੀਨ ਖਿਲਾਫ ਲਿਆ ਵੱਡਾ ਫੈਸਲਾ। ਚੀਨੀ ਫੌਜ ਨਾਲ ਸੁਰੱਖਿਆ ਸਮਝੌਤੇ ਸੌਦੇ ਤੇ ਲਗਾਈ ਪਾਬੰਦੀ। ਫਾਈਜ਼ਰ ਪਿੱਛੋਂ ਮੋਡੇਰਨਾ ਨੇ ਕੋਵਿਡ ਦਾ ਟੀਕਾ ਬਣਾਉਣ ਸੰਬੰਧੀ ਕੀਤਾ ਐਲਾਨ। ਕਰੋਨਾ ਫੈਲਾਉਣ ਦੇ ਦੋਸ਼ ਅਧੀਨ $8 ਮਿਲੀਅਨ ਤੋਂ ਵੱਧ ਦਾ ਇੱਕ ਕੇਅਰ ਹੋਮ ਤੇ ਠੋਕਿਆ ਮੁਕੱਦਮਾ। ਦਾਗੀ ਸਿਆਸਤਦਾਨਾਂ ਨੂੰ ਚੋਣ ਲੜਨ ਤੋਂ ਅਯੋਗ ਠਹਿਰਾਉਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕੀਤੀ ਨਾ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 7ਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ। ਧਰਨੇ ਦੌਰਾਨ ਕਿਸਾਨ ਦੀ ਹੋਈ ਮੌਤ ਤੇ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਦੀਆਂ ਮੰਨੀਆਂ ਮੰਗਾਂ। ਦੋਸਤੋ ਇਹ ਕੁਝ ਚੁਣਵੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਵਿਸਥਾਰ ਨਾਲ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ। ਇਹਦੇ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇ, ਉਸ ਤੋਂ ਪਹਿਲਾਂ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ ਤਾਂ ਕਿ ਤੁਹਾਨੂੰ ਰੋਜ਼ਾਨਾ ਦੀਆਂ ਅਪਡੇਟਸ ਮਿਲਦੀਆਂ ਰਹਿਣ ਤੇ ਆਪਣੀ ਇਹ ਗੱਲਬਾਤ ਲਗਾਤਾਰ ਬਰਕਰਾਰ ਰਹੇ। ਅਮਰੀਕੀ ਚੋਣ 3 ਨਵੰਬਰ ਨੂੰ ਹੋਈ। ਨਤੀਜੇ ਆ ਚੁੱਕੇ ਨੇ, ਪਰ ਨਿੱਤ ਪ੍ਰਤੀ ਦਿਨ ਇਸ ਦੇ ਵਿੱਚ ਨਵੀਆਂ ਸੂਚਨਾਵਾਂ ਮਿਲ ਰਹੀਆਂ ਨੇ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਅਜੀਬ ਕਿਸਮ ਦਾ ਇੱਕ ਟਵੀਟ ਕੀਤਾ, ਪਰ ਟਵਿੱਟਰ ਨੇ ਉਹਦੇ ਉੱਤੇ ਇੱਕ ਫਲੈਗ ਵੀ ਲਾਇਆ। ਅਸਲ ਦੇ ਵਿੱਚ ਅੱਜ ਸਵੇਰ ਵਕਤ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਰਾਸ਼ਟਰਪਤੀ ਟਰੰਪ ਨੇ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ। ਤੇ ਕੱਲ੍ਹ ਉਹਨਾਂ ਨੇ ਇੱਕ ਹੋਰ ਟਵੀਟ ਕੀਤਾ ਸੀ, ਕਿਉਂਕਿ ਇਹਨਾਂ ਨੂੰ ਟਵੀਟ ਰਾਸ਼ਟਰਪਤੀ ਵੀ ਕਹਿੰਦੇ ਨੇ। ਟਵਿੱਟਰ ਦੇ ਉੱਤੇ ਬਹੁਤ ਐਕਟਿਵ ਨੇ ਰਾਸ਼ਟਰਪਤੀ ਟਰੰਪ। ਕੱਲ੍ਹ ਦੇ ਟਵੀਟ ਵਿੱਚ ਉਹਨਾਂ ਕਿਹਾ ਸੀ ਕਿ ਇਹ ਜਿੱਤ ਸਿਰਫ ਫੇਕ ਨਿਊਜ਼ ਮੀਡੀਆ ਦੀਆਂ ਨਜ਼ਰਾਂ ਵਿੱਚ ਹੋਈ ਹੈ। ਮੈਨੂੰ ਕੁਝ ਵੀ ਸਵੀਕਾਰ ਨਹੀਂ। ਅਸੀਂ ਲੰਬਾ ਰਸਤਾ ਤੈਅ ਕਰਨਾ ਹੈ, ਕਿਉਂਕਿ ਇਹ ਇੱਕ ਧਾਂਦਲੀ ਭਰੀ ਚੋਣ ਸੀ। ਤੇ ਦੂਸਰੇ ਪਾਸੇ ਟਰੰਪ ਦੇ ਇਹਨਾਂ ਟਵੀਟਸ ਨੂੰ ਟਵਿੱਟਰ ਨੇ ਸ਼ੱਕੀ ਦੱਸ ਕੇ ਨੋਟੀਫਾਈ ਕਰ ਦਿੱਤਾ। ਹੁਣ ਇੱਕ ਤੋਂ ਬਾਅਦ ਇੱਕ ਵੱਖਰੀ ਤਰ੍ਹਾਂ ਦੇ ਟਵੀਟ ਰਾਸ਼ਟਰਪਤੀ ਟਰੰਪ ਕਰ ਰਹੇ ਨੇ। ਉਹਨਾਂ ਨੇ ਚੋਣਾਂ ਦੇ ਵਿੱਚ ਧੋਖਾਧੜੀ ਹੋਣ ਦੇ ਅਪੋਸਟ ਦਾਅਵੇ ਕਰਦੇ ਹੋਏ ਟਵਿੱਟਰ 'ਤੇ ਲਿਖਿਆ ਸੀ ਕਿ ਬਾਈਡਨ ਜਿੱਤ ਗਏ ਕਿਉਂਕਿ ਚੋਣਾਂ ਵਿੱਚ ਧਾਂਦਲੀ ਹੋਈ ਹੈ, ਧੋਖਾਧੜੀ ਹੋਈ ਹੈ। ਇਹ ਗੱਲ ਕਹਿਣ ਤੋਂ ਕੁਝ ਘੰਟੇ ਬਾਅਦ ਟਰੰਪ ਨੇ ਆਖਿਆ ਕਿ ਉਹ 3 ਨਵੰਬਰ ਨੂੰ ਹੋਈਆਂ ਚੋਣਾਂ ਦੀ ਗਿਣਤੀ ਨੂੰ ਸਵੀਕਾਰ ਨਹੀਂ ਕਰਦੇ। ਟਰੰਪ ਦੀ ਟੀਮ ਵੀ ਲਗਭਗ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਪਹਿਲਾਂ ਵੀ ਕਰ ਚੁੱਕੀ ਹੈ ਅਤੇ ਕਈ ਅਹਿਮ ਸੂਬਿਆਂ ਦੇ ਵਿੱਚ ਮੁਕੱਦਮੇ ਵੀ ਉਹਨਾਂ ਨੇ ਦਾਇਰ ਕੀਤੇ ਹੈ। ਕਈਆਂ ਸੂਬਿਆਂ ਦੇ ਵਿੱਚ ਉਹਨਾਂ ਦੇ ਮੁਕੱਦਮੇ ਖਾਰਜ ਵੀ ਹੋਏ ਹੈ, ਪਰ ਇਹਨਾਂ ਦਾਅਵਿਆਂ ਨੂੰ ਸਾਬਤ ਕਰਨ ਦੇ ਵਾਸਤੇ ਹਾਲੇ ਤੱਕ ਉਹਨਾਂ ਨੇ ਸਬੂਤ ਕੋਈ ਪੇਸ਼ ਨਹੀਂ ਕੀਤਾ। ਹੁਣ ਤੱਕ ਦਾਖਲ ਕੀਤੇ ਗਏ ਸਾਰੇ ਮੁਕੱਦਮੇ ਲਗਭਗ ਅਸਫਲ ਰਹੇ ਹੈ। ਤੇ ਚੋਣ ਅਧਿਕਾਰੀ ਬੀਤੇ ਸ਼ੁੱਕਰਵਾਰ ਨੂੰ ਵੀ ਤੁਹਾਡੇ ਨਾਲ ਮੈਂ ਇਹ ਖਬਰ ਸਾਂਝੀ ਕੀਤੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ 2 ਏਜੰਸੀਆਂ ਨੇ ਅਮਰੀਕਾ ਦੀ ਜਿਹੜੀ ਚੋਣ ਪ੍ਰਕਿਰਿਆ ਨੂੰ ਸਮੁੱਚੀ ਨੂੰ ਦੇਖਦੀਆਂ ਨੇ। ਉਹਨਾਂ ਕਿਹਾ ਸੀ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਅਤ ਚੋਣਾਂ ਸੀ ਇਹ 2020 ਦੀਆਂ, ਅਤੇ ਅਜਿਹਾ ਕੋਈ ਸਬੂਤ ਨਹੀਂ ਜਿਸ ਤੋਂ ਪਤਾ ਲੱਗ ਸਕੇ ਕਿ ਵੋਟਿੰਗ ਪ੍ਰਕਿਰਿਆ ਜਾਂ ਚੋਣ ਪ੍ਰਕਿਰਿਆ ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੀ ਟੀਮ ਧਾਂਦਲੀਆਂ ਦੀ ਗੱਲ ਕਰਦੀ ਹੈ, ਧੋਖਾਧੜੀ ਦੀ ਗੱਲ ਕਰਦੀ ਹੈ, ਗਿਣਤੀ ਦੇ ਹੇਰ-ਫੇਰ ਦੀ ਗੱਲ ਕਰਦੀ ਹੈ, ਵੋਟਾਂ ਦੇ ਫੇਰ ਬਦਲ ਦੀ ਗੱਲ ਕਰਦੀ ਹੈ, ਜਾਂ ਵੋਟਾਂ ਬਦਲਣ ਦੀ ਕੋਸ਼ਿਸ਼ ਦੀ ਗੱਲ ਕਰਦੀ ਹੈ, ਵੋਟਾਂ ਨਾਲ ਛੇੜਛਾੜ ਦੀ ਗੱਲ ਕਰਦੀ ਹੈ। ਉਹ ਕਹਿੰਦੇ ਇਸ ਤਰ੍ਹਾਂ ਦਾ ਕੋਈ ਸਬੂਤ ਉਹਨਾਂ ਵੱਲੋਂ ਪੇਸ਼ ਨਹੀਂ ਕੀਤਾ ਜਾ ਸਕਿਆ। ਤੇ ਦੂਸਰੇ ਪਾਸੇ ਜੋ ਬਾਈਡਨ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਨੇ, ਡੈਮੋਕ੍ਰੇਟਿਕ ਪਾਰਟੀ ਕੋਲ ਇਲੈਕਟੋਰਲ ਕਾਲਜ ਹੁਣ 306 ਹੋ ਚੁੱਕੇ ਨੇ, ਜਦੋਂ ਕਿ ਚੋਣਾਂ ਜਿੱਤਣ ਵਾਸਤੇ ਸਿਰਫ 270 ਦੀ ਜ਼ਰੂਰਤ ਸੀ। ਹੁਣ ਵੋਟਾਂ ਦੀ ਗਿਣਤੀ ਭਾਵੇਂ ਦੁਬਾਰਾ ਕੀਤੀ ਜਾਂਦੀ ਹੈ ਜਾਂ ਨਹੀਂ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਕਾਨੂੰਨੀ ਮੁਸ਼ਕਲਾਂ ਸਾਹਮਣੇ ਜ਼ਰੂਰ ਆਉਣਗੀਆਂ, ਪਰ ਚੋਣ ਨਤੀਜਿਆਂ ਦੇ ਵਿੱਚ ਬਦਲਾਅ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਹੈ। ਕਿਉਂਕਿ ਜੇਕਰ ਪਾਪੂਲਰ ਵੋਟ ਵੀ ਦੇਖੀਏ ਤਾਂ ਘੱਟੋ ਘੱਟ 5 ਮਿਲੀਅਨ ਵੋਟ ਜੋ ਬਾਈਡਨ ਕੋਲ ਰਾਸ਼ਟਰਪਤੀ ਟਰੰਪ ਨਾਲੋਂ ਜ਼ਿਆਦਾ ਨੇ। ਹੁਣ ਫਿਰ ਵੀ ਹਾਲੇ ਵੀ ਨਾ ਇਲੈਕਟੋਰਲ ਕਾਲਜ ਵੋਟ ਵੱਧ ਨੇ, ਨਾ ਪਾਪੂਲਰ ਵੋਟ ਵੱਧ ਹੈ। ਇਹਦੇ ਬਾਵਜੂਦ ਵੀ ਰਾਸ਼ਟਰਪਤੀ ਟਰੰਪ ਆਪਣੀ ਜਿੱਤ ਦਾ ਐਲਾਨ ਕਰ ਰਹੇ ਨੇ। ਜੋ ਬਾਈਡਨ ਦੀ ਹਾਲੇ ਤੱਕ ਦੀ ਐਲਾਨੀ ਹੋਈ ਜਿੱਤ ਨੂੰ ਸਵੀਕਾਰ ਨਹੀਂ ਕਰ ਰਹੇ। ਟਰੰਪ ਦਾ ਇਨਕਾਰ ਬੀਤੇ ਸ਼ੁੱਕਰਵਾਰ ਨੂੰ ਜਿਹੜਾ ਕੀਤਾ ਗਿਆ ਸੀ,
ਹੁਣ ਉਹਦੇ ਵਿੱਚ ਕੌਣ ਜਾਣਦਾ ਕਿ ਭਵਿੱਖ ਵਿੱਚ ਸੱਤਾ ਤੇ ਕਿਹੜਾ ਪ੍ਰਸ਼ਾਸਨ ਕਾਬਜ਼ ਹੋਵੇ। ਟਰੰਪ ਦੇ ਇਸ ਰੁਖ ਦੇ ਕਾਰਨ ਉਹਨਾਂ ਚਿੰਤਾਵਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਜੋ ਕੋਵਿਡ-19 ਦੇ ਵੱਧਦੇ ਮਾਮਲੇ ਤੇ ਰੋਕ ਲਗਾਉਣ ਦੀ ਅਮਰੀਕੀ ਸਰਕਾਰ ਦੀ ਸਮਰੱਥਾ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਨੇ। ਹੁਣ ਟਵਿੱਟਰ ਟਰੰਪ ਦੇ ਇਹਨਾਂ ਟਵੀਟਾਂ ਦੇ ਉੱਤੇ ਆਪਣੇ ਨਾਲ ਇੱਕ ਹੋਰ ਉਹਨੂੰ ਨੋਟੀਫਾਈ ਕਰ ਰਿਹਾ ਹੈ, ਪਰ ਦੂਸਰੇ ਪਾਸੇ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਰਾਸ਼ਟਰਪਤੀ ਟਰੰਪ ਰਾਸ਼ਟਰਪਤੀ 20 ਜਨਵਰੀ ਤੋਂ ਬਾਅਦ ਆਪਣੇ ਆਪ ਨੂੰ ਬਣਿਆ ਰੱਖਣਗੇ ਜਾਂ ਨੇੜੇ ਜਾ ਕੇ ਕਿਤੇ ਨਾ ਕਿਤੇ ਉਹਨਾਂ ਦੇ ਰੁਖ ਦੇ ਵਿੱਚ ਤਬਦੀਲੀ ਆਉਂਦੀ ਹੈ। ਪਰ ਹਾਲੇ ਤੱਕ ਅਮਰੀਕਾ ਦੇ ਇਸ ਲੋਕਤੰਤਰ ਦਾ ਰੱਜ ਕੇ ਜਲੂਸ ਨਿਕਲ ਰਿਹਾ ਹੈ, ਕਿਉਂਕਿ ਇਸ ਪ੍ਰਕਿਰਿਆ ਦੇ ਉੱਤੇ ਉਹ ਚੋਣਾਂ ਤੋਂ ਪਹਿਲਾਂ ਵੀ ਸਵਾਲ ਉਠਾਉਂਦੇ ਸੀ। ਪਿਛਲੀ ਜਿਹੜੀ ਚੋਣ ਹਿਲਰੀ ਕਲਿੰਟਨ ਵੇਲੇ ਹੋਈ ਸੀ, ਉਸ ਵਕਤ ਵੀ ਇਹ ਇਸੇ ਤਰ੍ਹਾਂ ਚੋਣ ਪ੍ਰਕਿਰਿਆ ਦੇ ਉੱਤੇ ਸਵਾਲ ਉਠਾਉਂਦੇ ਸੀ, ਪਰ ਚੋਣਾਂ ਜਿੱਤ ਗਏ। ਬਾਅਦ ਦੇ ਵਿੱਚ 4 ਸਾਲ ਚੁੱਪ ਰਹੇ ਹੈ। ਆਹ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਇਹ ਇਸੇ ਤਰ੍ਹਾਂ ਦੇ ਇਲਜ਼ਾਮ ਚੋਣ ਪ੍ਰਕਿਰਿਆ ਦੇ ਉੱਤੇ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਲਾਉਣ ਲੱਗ ਪਏ ਸੀ, ਪਰ ਹੁਣ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਇੱਕ ਵਾਰ ਫੇਰ ਲਗਭਗ ਉਸੇ ਤਰ੍ਹਾਂ ਦੀਆਂ ਗੱਲਾਂ ਇਹ ਕਰ ਰਹੇ ਨੇ। ਬੀਤੇ ਸ਼ਨੀਵਾਰ ਨੂੰ ਵੀ ਵਾਸ਼ਿੰਗਟਨ DC ਦੇ ਵਿੱਚ ਟਰੰਪ ਸਮਰਥਕਾਂ ਤੇ ਵਿਰੋਧੀਆਂ ਦੇ ਵਿਚਕਾਰ ਜਦੋਂ ਰੋਸ ਪ੍ਰਦਰਸ਼ਨ ਹੋ ਰਿਹਾ ਸੀ, ਜੰਮ ਕੇ ਲੜਾਈ ਵੀ ਹੋਈ ਸੀ, ਧੱਫੇ ਧੌਲੇ ਵੀ ਹੋਈ ਸੀ ਤੇ ਇੱਕ ਵਿਅਕਤੀ ਦੇ ਚਾਕੂ ਵੀ ਮਾਰ ਦਿੱਤਾ ਗਿਆ ਸੀ ਤੇ ਪੁਲਿਸ ਨੂੰ ਉੱਥੇ ਆਪਣੇ ਫਿਰ ਬਲ ਦਾ ਇਸਤੇਮਾਲ ਵੀ ਕਰਨਾ ਪਿਆ ਸੀ। ਹੁਣ ਰਾਸ਼ਟਰਪਤੀ ਪਹਿਲਾਂ ਰਹੇ ਬਰਾਕ ਓਬਾਮਾ, ਜਿਹੜੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ, ਉਹਨਾਂ ਨੇ ਕਿਹਾ, ਉਹ ਕਹਿੰਦੇ ਹੁਣ ਸਮਾਂ ਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੰਨ ਲੈਣਾ ਚਾਹੀਦਾ ਕਿ ਉਹਨਾਂ ਦੇ ਵਿਰੋਧੀ ਭਾਵ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਚੋਣ ਜਿੱਤ ਚੁੱਕੇ ਨੇ ਤੇ ਉਹ ਬਾਈਡਨ ਤੋਂ ਚੋਣ ਹਾਰ ਚੁੱਕੇ ਨੇ। ਉਹ ਕਹਿੰਦੇ ਨਤੀਜੇ ਬਦਲਣ ਦੀ ਕੋਈ ਉਮੀਦ ਨਹੀਂ। ਟਰੰਪ ਸਾਹਿਬ ਕੋਲ ਇਸ ਵਕਤ 232 ਇਲੈਕਟੋਰਲ ਕਾਲਜ ਵੋਟ ਨੇ, ਜਦੋਂ ਕਿ ਬਾਈਡਨ 300 ਦਾ ਅੰਕੜਾ ਪਾਰ ਕਰ ਚੁੱਕੇ ਨੇ। ਲੋੜੀਂਦੇ 270 ਚਾਹੀਦੇ ਨੇ। ਹੁਣ ਹਿੰਸਕ ਝੜਪਾਂ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਦੇ ਨਾਲ, ਸੱਜੇ ਖੱਬੇ ਪੱਖੀਆਂ ਦੇ, ਬਲੈਕ ਲਾਈਵਜ਼ ਮੈਟਰ ਵਾਲਿਆਂ ਦੇ, ਜਦੋਂ ਆਪਸ ਦੇ ਵਿਚਕਾਰ ਝਗੜੇ ਹੋਣ ਲੱਗ ਪੈਣ, ਉਸ ਮੁਲਕ ਵਿੱਚ ਝਗੜੇ ਹੋਣ ਲੱਗ ਪੈਣ ਜਿਸ ਦੇ ਵੱਲ ਦੁਨੀਆ ਵੇਖਦੀ ਹੈ। ਹੁਣ ਟਰੰਪ ਸਮਰਥਕ ਦੇ ਵਿਰੋਧੀ ਆਮੋ ਸਾਹਮਣੇ ਹੋਏ ਹੋਣ, ਵੱਖੋ-ਵੱਖ 20 ਲੋਕਾਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ। ਸੋ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰਨਾ ਆਪਣੇ ਆਪ ਦੇ ਵਿੱਚ ਨਿੰਦਣਯੋਗ ਹੈ। ਖਾਸ ਕਰਕੇ ਅਸੀਂ ਉਹਨਾਂ ਮੁਲਕਾਂ ਦੀ ਤਾਂ ਗੱਲ ਕਰਦੇ ਹਾਂ ਜਿੱਥੇ ਕਹਿੰਦੇ ਨੇ ਕਿ ਲੋਕਤੰਤਰ ਇੱਕ ਨਾਂਦ ਹੈ। ਜੇ ਅਮਰੀਕਾ ਵਿੱਚ ਇਹ ਹੋ ਰਿਹਾ ਤੇ ਫਿਰ ਦੁਨੀਆ ਕੋਲ ਉਦਾਹਰਨ ਅਮਰੀਕਾ ਦੀ ਕੀ ਜਾਂਦੀ ਹੈ। ਹੁਣ ਇੱਕ ਹੋਰ ਤੁਹਾਨੂੰ ਯਾਦ ਹੋਣਾ ਹੈ ਕਿ ਰਾਸ਼ਟਰਪਤੀ ਟਰੰਪ ਜਦੋਂ ਤੋਂ ਗੱਦੀ ਤੇ ਬੈਠੇ, ਉਹਦੇ ਤੋਂ ਬਾਅਦ ਚੀਨ ਦੇ ਨਾਲ ਲਗਾਤਾਰ ਉਹਨਾਂ ਦੇ ਸਿੰਘ ਫਸਦੇ ਚਲੇ ਗਏ। ਆਖਰਕਾਰ ਬਲਦੀ ਦੇ ਤੇਲ ਪਾਇਆ ਉਹ ਕੋਵਿਡ-19 ਨੇ। ਤੇ ਹੁਣ ਖਬਰ ਮਿਲ ਰਹੀ ਹੈ ਕਿ ਰਾਸ਼ਟਰਪਤੀ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ਐਗਜ਼ੈਕਟਿਵ ਆਰਡਰ ਪਾਸ ਕੀਤੇ ਹੈ। ਚੀਨ ਦੇ ਨਾਲ ਜਿਹੜਾ ਫੌਜੀ ਸੁਰੱਖਿਆ ਦਾ ਲੈਣ ਦੇਣ ਕੀਤਾ ਹੋਇਆ ਸੀ, ਉਪਕਰਨਾਂ ਦਾ ਲੈਣ ਦੇਣ ਕੀਤਾ ਹੋਇਆ ਸੀ, ਖਰੀਦੋ ਵਿਕਰੀ ਦੇ ਉੱਤੇ ਉਹਨਾਂ ਨੇ ਪਾਬੰਦੀ ਲਾ ਦਿੱਤੀ ਹੈ। ਰਾਸ਼ਟਰਪਤੀ ਟਰੰਪ ਵੱਲੋਂ ਜਾਰੀ ਕੀਤਾ ਗਿਆ ਇੱਕ ਕਾਰਜਕਾਰੀ ਆਦੇਸ਼ ਅਗਲੇ ਸਾਲ 11 ਜਨਵਰੀ 2021 ਤੋਂ ਲਾਗੂ ਹੋਣਾ ਹੈ। ਟਰੰਪ ਨੇ ਇਹ ਕਾਰਜਕਾਰੀ ਆਦੇਸ਼ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕਿਹਾ ਕਿ ਇਹ ਐਗਜ਼ੈਕਟਿਵ ਆਰਡਰ ਦੇ ਨਾਲ ਚੀਨ ਦੀ ਕਮਿਊਨਿਸਟ ਫੌਜ ਦੀ ਕਿਸੇ ਵੀ ਕੰਪਨੀ ਨਾਲ ਸਾਜੋ ਸਮਾਨ ਦੀ ਖਰੀਦ ਅਤੇ ਵਿਕਰੀ ਨਾਲ ਸੰਬੰਧਿਤ ਲੈਣ ਦੇਣ ਦੇ ਉੱਤੇ ਇਹ ਆਰਡਰ ਪਾਬੰਦੀ ਲਗਾਉਂਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਨੂੰ, ਰੱਖਿਆ ਮੰਤਰੀ, ਵਿਦੇਸ਼ ਮੰਤਰੀ, ਰਾਸ਼ਟਰੀ ਖੁਫੀਆ ਵਿਭਾਗ ਦੇ ਡਾਇਰੈਕਟਰ ਅਤੇ ਹੋਰ ਵਿਭਾਗਾਂ ਦੇ ਮੁਖੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਢੁਕਵੀਂ ਕਾਰਵਾਈ ਕਰਨ ਦਾ ਅਧਿਕਾਰ ਦੇ ਦਿੱਤਾ ਹੈ। ਉਹ ਲੋੜੀਂਦੇ ਕਦਮਾਂ ਦੇ ਅਨੁਸਾਰ ਇਸ ਐਗਜ਼ੈਕਟਿਵ ਆਰਡਰ ਨੂੰ ਲਾਗੂ ਕਰਨਗੇ। ਦੱਸਣਾ ਬਣਦਾ ਕਿ ਦੱਖਣੀ ਚੀਨ ਸਾਗਰ ਵਿੱਚ ਚੀਨੀ ਫੌਜ ਦੀਆਂ ਵਧਦੀਆਂ ਗਤੀਵਿਧੀਆਂ ਦੇ ਕਾਰਨ ਦੋਵੇਂ ਮੁਲਕਾਂ ਦੇ ਵਿਚਕਾਰ ਲਗਾਤਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ। ਕੋਵਿਡ-19 ਦੇ ਕਾਰਨ ਲਗਾਤਾਰ ਇਹ ਤਣਾਅ ਦੀ ਸਥਿਤੀ ਹੋਰ ਗੰਭੀਰ ਹੋਈ। ਚੀਨ ਨੇ ਅਮਰੀਕਾ ਉੱਤੇ ਦੱਖਣੀ ਚੀਨ ਸਾਗਰ ਵਿੱਚ ਆਪਣੀਆਂ ਫੌਜੀ ਗਤੀਵਿਧੀ ਨੂੰ ਵਧਾਉਣ ਦੇ ਦੋਸ਼ ਲਾਏ ਨੇ। ਤਾਈਵਾਨ ਦੇ ਮੁੱਦੇ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੇ ਵਿੱਚ ਲਗਾਤਾਰ ਟਕਰਾਅ ਵਾਲੀ ਸਥਿਤੀ ਹੈ। ਅਮਰੀਕਾ ਨੇ ਕੁਝ ਕੁ ਮਹੀਨੇ ਪਹਿਲਾਂ ਚੀਨ ਦੀਆਂ 24 ਕੰਪਨੀਆਂ ਨੂੰ ਬਲੈਕ ਲਿਸਟ ਕਰ ਦਿੱਤਾ ਸੀ। ਇਹ ਕਿਹਾ ਸੀ ਕਿ ਇਹ ਕੰਪਨੀਆਂ ਦੱਖਣੀ ਚੀਨ ਸਾਗਰ ਦੇ ਵਿੱਚ ਮਨੁੱਖ ਦੁਆਰਾ ਬਣਾਏ ਜਾਣ ਵਾਲੇ ਟਾਪੂ ਵਿੱਚ ਕਮਿਊਨਿਸਟ ਪਾਰਟੀ ਦੀ ਮਦਦ ਕਰ ਰਹੀਆਂ ਨੇ। ਹਾਂਗਕਾਂਗ ਵਾਲਾ ਮੁੱਦਾ ਤੇ ਨਾਲ ਕੋਵਿਡ-19 ਦੇ ਮੁੱਦੇ ਕਾਰਨ ਲਗਾਤਾਰ ਦੂਰੀਆਂ ਵਧਦੀਆਂ ਚਲੀ ਗਈਆਂ ਤੇ WHO ਦੇ ਮੁੱਦੇ ਤੇ ਆ ਕੇ ਵੀ ਇੱਕ ਵਾਰ ਫਿਰ ਇਹ ਦੋਵੇਂ ਮੁਲਕ ਇੱਕ ਦੂਸਰੇ ਦੇ ਆਮੋ ਸਾਹਮਣੇ ਆ ਗਏ ਸਨ।
ਸੋ ਹੁਣ ਆ ਐਗਜ਼ੈਕਟਿਵ ਆਰਡਰ ਰਾਸ਼ਟਰਪਤੀ ਟਰੰਪ ਨੇ ਪਾਸ ਕਰ ਦਿੱਤਾ ਤੇ ਅਗਲੇ ਵਰੇ ਇਹ ਜਨਵਰੀ ਮਹੀਨੇ 11 ਜਨਵਰੀ ਤੋਂ ਲਾਗੂ ਹੋ ਜਾਣਗੇ। ਅਗਲੀ ਇੱਕ ਚੰਗੀ ਖਬਰ ਹੈ ਕੋਵਿਡ-19 ਨੂੰ ਲੈ ਕੇ। ਦੁਨੀਆ ਨੂੰ ਉਮੀਦ ਵੱਝੀ ਹੈ ਕਿ ਕਰੋਨਾ ਵਾਇਰਸ ਜਿਹੜਾ ਲਗਾਤਾਰ ਫੈਲ ਰਿਹਾ ਹੈ, ਇਸ ਨੂੰ ਰੋਕਣ ਦੇ ਵਿੱਚ ਇੱਕ ਅਸਰਦਾਰ ਟੀਕਾ ਦੁਨੀਆ ਨੂੰ ਮਿਲਣ ਜਾ ਰਿਹਾ ਹੈ। ਅੱਜ ਮੋਡੇਰਨਾ ਨੇ ਕਿਹਾ ਕਿ ਤੀਸਰੇ ਟਰਾਇਲ ਦੇ ਵਿੱਚ ਉਹਨਾਂ ਦਾ ਕਰੋਨਾ ਵਾਇਰਸ ਦਾ ਟੀਕਾ ਜਿਹੜਾ ਇਸ ਨੂੰ ਰੋਕਣ ਦੀ ਸਮਰੱਥਾ ਲਗਭਗ 95% ਰੱਖਦਾ ਹੈ, ਉਹ ਅਸੀਂ ਬੜੀ ਜਲਦ ਦੁਨੀਆ ਨੂੰ ਦੇ ਸਕਦੇ ਹਾਂ। ਕੰਪਨੀ ਨੇ ਕਿਹਾ ਕਿ ਲਗਭਗ 30,000 ਲੋਕਾਂ ਤੇ ਅਸੀਂ ਇਸ 'ਤੇ ਕਲੀਨਿਕਲ ਜਿਹੜੇ ਟਰਾਇਲ ਕੀਤੇ ਨੇ ਉਹਦੇ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਅੰਕੜਾ 94% ਪ੍ਰਭਾਵਸ਼ਾਲੀ ਹੈ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਫਾਈਜ਼ਰ ਕੰਪਨੀ ਦੀਆਂ, ਉਹਨਾਂ ਨੇ ਆਪਣੇ ਟੀਕੇ ਨੂੰ 90% ਪ੍ਰਭਾਵੀ ਹੋਣ ਦਾ ਐਲਾਨ ਕੀਤਾ ਸੀ। ਹੁਣ ਕਰੋਨਾ ਵਾਇਰਸ ਨੂੰ ਰੋਕਣ ਲਈ ਵਿਕਸਿਤ ਕੀਤੇ ਜਾ ਰਹੇ ਟੀਕਿਆਂ ਨੂੰ ਲੈ ਕੇ ਇਸ ਮਹੀਨੇ ਦੇ ਵਿੱਚ ਇਹ ਚੰਗੀ ਦੂਸਰੀ ਖਬਰ ਆਈ ਹੈ। ਇਹ ਦੋਵੇਂ ਟੀਕੇ ਮੈਸੇਂਜਰ RNA ਤੇ ਆਧਾਰਿਤ ਨੇ, ਜਿਨ੍ਹਾਂ ਦਾ ਰਵਾਇਤੀ ਟੀਕਿਆਂ ਦੀ ਤੁਲਨਾ ਵਿੱਚ ਤੇਜ਼ੀ ਨਾਲ ਉਤਪਾਦਨ ਹੋ ਰਿਹਾ ਹੈ। ਕੰਪਨੀ ਨੇ ਕੁਝ ਹਫ਼ਤਿਆਂ ਦੇ ਅੰਦਰ ਅਮਰੀਕਾ ਤੇ ਦੁਨੀਆ ਭਰ ਵਿੱਚ ਐਮਰਜੈਂਸੀ ਪ੍ਰਵਾਨਗੀ ਲਈ ਇੱਕ ਆਪਣੀ ਐਪਲੀਕੇਸ਼ਨ ਦਾਇਰ ਕਰਨ ਦੀ ਯੋਜਨਾ ਬਣਾ ਲਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਇਹ ਕੰਪਨੀ ਅਮਰੀਕਾ ਵਿੱਚ ਸਪਲਾਈ ਲਈ ਲਗਭਗ 2 ਕਰੋੜ ਖੁਰਾਕਾਂ ਤਿਆਰ ਕਰ ਲਵੇਗੀ। ਮੋਡੇਰਨਾ ਅਮਰੀਕੀ ਰਾਸ਼ਟਰੀ ਸਿਹਤ ਇੰਸਟੀਚਿਊਟ ਨਾਲ ਮਿਲ ਕੇ ਇਹ ਟੀਕਾ ਬਣਾ ਰਹੀ ਹੈ। ਸ਼ੁਰੂਆਤੀ ਨਤੀਜੇ ਚੰਗੇ ਮਿਲੇ ਨੇ, ਸੋ ਉਮੀਦ ਕੀਤੀ ਜਾ ਰਹੀ ਹੈ ਕਿ ਬੜੀ ਜਲਦ ਦੁਨੀਆ ਨੂੰ ਕੋਵਿਡ-19 ਦਾ ਟੀਕਾ ਮਿਲਣ ਵਾਲਾ ਹੈ। ਤੇ ਹੁਣ ਇੱਕ ਪਾਸੇ ਕੋਵਿਡ-19 ਦੇ ਟੀਕੇ ਬਣਨ ਦੀਆਂ ਗੱਲਾਂ ਚੱਲ ਰਹੀਆਂ ਨੇ, ਦਵਾਈ ਬਣਨ ਦੀਆਂ ਗੱਲਾਂ ਚੱਲ ਰਹੀਆਂ ਨੇ। ਇੱਧਰ ਸਾਡੇ ਆਪਣੇ ਮੁਲਕ ਕੈਨੇਡਾ ਦੇ ਵਿੱਚੋਂ ਇੱਕ ਖਬਰ ਮਿਲ ਰਹੀ ਹੈ ਕਿ ਇੱਕ ਔਰਤ ਨੇ ਇੱਕ ਕੇਅਰ ਹੋਮ ਦੇ ਉੱਤੇ $8.1 ਮਿਲੀਅਨ ਦਾ ਕਰੋਨਾ ਵਾਇਰਸ ਨੂੰ ਲੈ ਕੇ ਮੁਕੱਦਮਾ ਠੋਕਿਆ। ਐਡਮਿੰਟਨ ਦਾ ਕੇਅਰ ਹੋਮ ਹੈ। ਇਸ ਕੇਅਰ ਹੋਮ ਦੇ ਵਿੱਚ 63 ਲੋਕਾਂ ਨੂੰ ਕਰੋਨਾ ਨਾਲ ਪੀੜਤ ਕਰਨ ਦਾ ਦੋਸ਼ ਅਤੇ ਕੇਅਰ ਹੋਮ ਤੇ $8.1 ਮਿਲੀਅਨ ਦਾ ਮੁਕੱਦਮਾ। ਇੱਕ ਔਰਤ ਜਿਸ ਦੀ ਮਾਂ ਇਸ ਕੇਅਰ ਹੋਮ ਦੇ ਵਿੱਚ ਕੋਵਿਡ-19 ਫੈਲਣ ਕਾਰਨ ਮਰ ਗਈ ਸੀ, ਉਸਨੇ ਕੇਅਰ ਹੋਮ ਨੂੰ ਲੰਬੇ ਹੱਥੀਂ ਲੈ ਲਿਆ ਅਤੇ ਹੋਰ ਦਰਜਨਾਂ ਲੋਕਾਂ ਨੇ ਵੀ ਇਸ ਔਰਤ ਦੇ ਹੱਕ ਵਿੱਚ ਆ ਕੇ ਖੜ੍ਹਨ ਦਾ ਐਲਾਨ ਕਰ ਦਿੱਤਾ ਹੈ। ਜਾਰੀ ਸਟੇਟਮੈਂਟ ਦੇ ਮੁਤਾਬਕ ਸ਼ੈਫਰਡ ਕੋਰ ਫਾਊਂਡੇਸ਼ਨ ਅਤੇ ਇਸ ਦੇ ਮਿਲਵੁੱਡਸ ਲੌਂਗ ਟਰਮ ਸੈਂਟਰ ਦੇ ਸਟਾਫ ਕੋਲ ਨਿੱਜੀ ਉਪਕਰਨਾਂ ਦੀ ਕਮੀ ਸੀ, PPE ਕਿੱਟਾਂ ਦੀ ਕਮੀ ਸੀ, ਜਿਸ ਕਾਰਨ ਲੋਕ ਕਰੋਨਾ ਦੀ ਲਪੇਟ ਵਿੱਚ ਲਗਾਤਾਰ ਆਉਂਦੇ ਚਲੇ ਗਏ। ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਬਿਨਾਂ ਨਿਯਮਾਂ ਦੀ ਪਾਲਣਾ ਕੀਤੇ ਆਉਣ ਜਾਣ ਦੀ ਵੀ ਇਸ ਕੇਅਰ ਹੋਮ ਦੇ ਵਿੱਚ ਆਗਿਆ ਦਿੱਤੀ ਜਾਂਦੀ ਰਹੀ, ਜਿਸ ਕਾਰਨ ਇਸ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਕੋਵਿਡ-19 ਲਗਾਤਾਰ ਫੈਲਦਾ ਗਿਆ। ਲਾਰਸਨ ਨਾਂ ਦੀ ਇਸ ਔਰਤ ਨੇ ਦੱਸਿਆ ਕਿ ਉਹਨਾਂ ਦੀ ਮਾਂ ਸਤੰਬਰ ਮਹੀਨੇ ਕਰੋਨਾ ਤੋਂ ਪੀੜਤ ਹੋਈ ਅਤੇ 2 ਅਕਤੂਬਰ ਨੂੰ ਉਹਨਾਂ ਦੀ ਮਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਇਸ ਦਾ ਕਾਰਨ ਇਸ ਔਰਤ ਨੇ ਸਟਾਫ ਦੀ ਅਣਗਹਿਲੀ ਦੱਸਿਆ। ਹਾਲਾਂਕਿ ਕੇਅਰ ਹੋਮ ਦਾ ਕਹਿਣਾ ਹੈ ਕਿ ਉਸਨੇ ਆਪਣੇ ਸਟਾਫ ਨੂੰ ਸਿਖਲਾਈ ਦੇਣ, ਜ਼ਰੂਰੀ ਸਮਾਨ, ਨਿੱਜੀ ਸੁਰੱਖਿਆ ਉਪਕਰਨ ਦੇਣ ਵਾਸਤੇ ਲਗਭਗ $4 ਮਿਲੀਅਨ ਖਰਚੇ ਹੈ। ਹਾਲਾਂਕਿ ਮਰੀਜ਼ਾਂ ਨੇ ਹਸਪਤਾਲ ਤੇ ਇਸ ਲੌਂਗ ਟਰਮ ਕੇਅਰ ਹੋਮ ਤੇ ਧਿਆਨ ਨਾ ਦੇਣ ਦੇ ਦੋਸ਼ ਲਗਾਏ ਨੇ। ਇਹਨਾਂ ਦੋਸ਼ਾਂ ਦੀ ਹਾਲੇ ਅਦਾਲਤ ਵਿੱਚ ਜਾਂਚ ਨਹੀਂ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ 14 ਨਵੰਬਰ ਨੂੰ ਮਿਲਵੁੱਡਸ ਲੌਂਗ ਟਰਮ ਕੇਅਰ ਸੈਂਟਰ ਵਿੱਚ 63 ਲੋਕ ਅਤੇ 47 ਹੋਰ ਕਾਮੇ ਕਰੋਨਾ ਵਾਇਰਸ ਦੇ ਸ਼ਿਕਾਰ ਹੋਏ ਸੀ। ਸ਼ੈਫਰਡ ਕੇਅਰ ਹੋਮ ਕੋਲ ਇਸ ਮੁਕੱਦਮੇ ਦਾ ਜਵਾਬ ਦੇਣ ਦੇ ਵਾਸਤੇ ਆਉਣ ਵਾਲੇ 19 ਦਿਨ ਹੋਰ ਨੇ, ਸੋ ਦੇਖਦੇ ਹਾਂ ਇਹਦੇ ਜਵਾਬ ਦੇ ਵਿੱਚ ਕੀ ਦਿੰਦੇ ਨੇ। ਪਰ ਇਸ ਔਰਤ ਨੇ ਆਪਣੀ ਮਾਂ ਦੀ ਮੌਤ ਅਤੇ ਹੋਰਨਾਂ ਲੋਕਾਂ ਦੇ ਕੋਵਿਡ-19 ਤੋਂ ਪ੍ਰਭਾਵਿਤ ਹੋਣ ਦੇ ਕਾਰਨ $8.1 ਮਿਲੀਅਨ ਦਾ ਮੁਕੱਦਮਾ ਠੋਕ ਦਿੱਤਾ ਹੈ। ਆਹ ਖਬਰ ਅਗਲੀ ਹੈ ਜਿਹੜੀ ਬੜੀ ਮਹੱਤਵਪੂਰਨ ਖਬਰ ਹੈ। ਬੀਤੇ ਦਿਨ ਜਦੋਂ ਬਿਹਾਰ ਦੀ ਚੋਣ ਵੀ ਹੋ ਰਹੀ ਸੀ, ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਿੰਨੇ ਲੋਕ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਮੁਕੱਦਮੇ ਚੱਲ ਰਹੇ ਨੇ। ਉਹਦੇ ਤੋਂ ਪਹਿਲਾਂ ਇੱਕ ਦਿਨ ਤੁਹਾਡੇ ਨਾਲ ਮੈਂ ਡਿਟੇਲਡ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਸ ਵਕਤ ਸਮੁੱਚੇ ਭਾਰਤ ਦੀਆਂ ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਵਿੱਚ ਕਿੰਨੇ ਲੀਡਰ ਬੈਠੇ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਕਿਸਮ ਦੇ ਮੁਕੱਦਮੇ ਦਰਜ ਨੇ। 4000 ਤੋਂ ਵੱਧ ਗਿਣਤੀ ਹੈ ਇਹਨਾਂ ਲੋਕਾਂ ਦੀ। ਹੁਣ ਸੁਪਰੀਮ ਕੋਰਟ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਪਟੀਸ਼ਨ ਪਾਈ ਗਈ ਸੀ ਕਿ ਦਾਗੀ ਸਿਆਸਤਦਾਨਾਂ ਨੂੰ ਚੋਣ ਲੜਨ ਤੋਂ ਰੋਕਿਆ ਜਾਣਾ ਚਾਹੀਦਾ। ਪਰ ਇਹ ਜਿਹੜੀ ਸਿਖਰਲੀ ਅਦਾਲਤ ਹੈ ਨਾ ਭਾਰਤ ਦੀ, ਭਾਵ ਸੁਪਰੀਮ ਕੋਰਟ ਹੈ, ਸਰਵਉੱਚ ਅਦਾਲਤ ਹੈ, ਉਹਨੇ ਇੱਕ ਫੈਸਲਾ ਸੁਣਾ ਦਿੱਤਾ। ਉਹ ਕਹਿੰਦੀ ਅਜਿਹੇ ਮੁੱਦਿਆਂ ਤੇ ਮੇਰਾ ਜਾਂ ਸਾਡਾ ਫੈਸਲਾ ਲੈਣ ਦਾ ਕੋਈ ਕੰਮ ਨਹੀਂ।
ਇਹ ਮਾਨਯੋਗ ਜੱਜ LN ਰਾਓ ਦੀ ਅਗਵਾਈ ਵਾਲੇ ਬੈਂਚ ਨੇ ਘੱਟੋ ਘੱਟ 5 ਸਾਲ ਦੀ ਸਜ਼ਾ ਵਾਲੇ ਅਪਰਾਧਾਂ ਲਈ ਪਿਛਲੇ 1 ਸਾਲ ਤੋਂ ਚਾਰਜ ਸ਼ੀਟ ਕੀਤੇ ਗਏ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਚੋਣ ਨੂੰ ਮਨਸੂਖ ਐਲਾਨਣ ਤੋਂ ਐਲਾਨ ਕਰ ਦਿੱਤਾ ਹੈ। ਬੈਂਚ ਨੇ ਪਟੀਸ਼ਨਰ NGO ਲੋਕ ਪ੍ਰਹਰੀ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਅਤੇ ਸੇਵਾ ਮੁਕਤ ਨੇ ਪਾਵਰ ਰਿਟਾਇਰਡ ਨੌਕਰਸ਼ਾਹ ਨੇ ਬਿਊਰੋਕਰੇਟ ਨੇ SN ਸ਼ੁਕਲਾ ਨੂੰ ਕਿਹਾ ਕਿ ਅਸੀਂ ਇਸ ਗੱਲੋਂ ਤਾਂ ਸਹਿਮਤ ਹਾਂ ਕਿ ਜਿਹੜੀ ਤੁਸੀਂ ਗੱਲ ਆਖ ਰਹੇ ਹੋ ਕਿ ਜਿਹੜੇ ਦਾਗੀ ਸਿਆਸਤਦਾਨ ਨੇ ਉਹਨਾਂ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਤੇ ਜਿਹੜੇ ਇਸ ਵਕਤ ਬੈਠੇ ਨੇ ਉਹਨਾਂ ਦੀ ਚੋਣ ਮਨਸੂਖ ਅਯੋਗ ਕਰਾਰ ਦਿੱਤੀ ਜਾ ਦੇਣੀ ਚਾਹੀਦੀ ਹੈ। ਉਹ ਕਹਿੰਦੇ ਤੁਸੀਂ ਇਹ ਗੱਲ ਬਿਲਕੁਲ ਦਰੁਸਤ ਆਖ ਰਹੇ ਹੋ, ਇਹ ਸੁਪਰੀਮ ਕੋਰਟ ਦਾ ਕਹਿਣਾ ਹੈ, ਪਰ ਕਹਿੰਦੇ ਅਸੀਂ ਅਜਿਹੇ ਹੁਕਮ ਦੇ ਨਹੀਂ ਸਕਦੇ। ਇਹ ਫੈਸਲਾ ਸੰਸਦ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਤੇ ਸੰਸਦ ਭਲਾ ਕਿਉਂ ਕਾਨੂੰਨ ਪਾਸ ਕਰੂ। ਹੁਣ ਜਿਹੜਾ ਬੰਦਾ ਚੁਣ ਕੇ ਸੰਸਦ ਦੇ ਵਿੱਚ ਬੈਠਾ ਹੈ, ਜਿਨ੍ਹਾਂ ਨੇ ਆਪਣੇ ਖਿਲਾਫ ਕਾਨੂੰਨ ਪਾਸ ਕਰਨਾ ਕਦੇ ਹੁੰਦਾ ਦੇਖਿਆ? ਕਦੇ ਕੋਈ ਕਹਿੰਦਾ ਦੇਖਿਆ ਕਿ ਮੈਂ ਗਲਤ ਹਾਂ? ਭਾਵੇਂ ਉਹਨੂੰ ਇਸ ਗੱਲ ਦਾ ਇਲਮ ਹੁੰਦਾ ਹੈ ਕਿ ਮੈਂ ਗਲਤੀ ਕੀਤੀ ਹੈ, ਇਹਦੇ ਬਾਵਜੂਦ ਵੀ ਆਪਣੀ ਗਲਤੀ ਕਦੇ ਨਹੀਂ ਮੰਨਦਾ। ਪਰ ਇਹ ਅਦਾਲਤ ਨੇ ਆਮ ਤੌਰ ਤੇ ਵੇਖਿਆ ਕਿ ਬਹੁਤ ਵਾਰੀ ਸੁਪਰੀਮ ਕੋਰਟ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਓਵਰ ਰੂਲ ਕਰਦੀ ਹੈ। ਪਰ ਜਦੋਂ ਹੁਣ ਆਹ ਪਟੀਸ਼ਨ ਪਾਈ ਗਈ ਸੀ, ਪਟੀਸ਼ਨਰ ਨੂੰ ਕੋਰਾ ਜਵਾਬ ਦੇ ਦਿੱਤਾ ਹੈ ਕਿ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ, ਇਹ ਸੰਸਦ ਇਹਦੇ 'ਤੇ ਫੈਸਲਾ ਲੈ ਸਕਦੀ ਹੈ। ਪਰ ਸੰਸਦ ਨੇ ਜੇ ਫੈਸਲਾ ਲੈਣਾ ਹੁੰਦਾ 74 ਸਾਲ ਹੋ ਗਿਆ, ਉਮੀਦ ਨਹੀਂ ਕਿ ਲਵੇਗੀ ਇਸ ਤਰ੍ਹਾਂ ਦਾ ਫੈਸਲਾ। ਬਿਹਾਰ ਦੇ ਵਿੱਚ 3 ਪੜਾਵਾਂ ਦੇ ਵਿੱਚ ਚੋਣਾਂ ਹੋਈਆਂ ਸੀ। NDA ਨੂੰ ਉੱਥੇ ਬਹੁਮਤ ਮਿਲਿਆ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਜਿਨ੍ਹਾਂ ਨੇ ਇੱਕ ਇਤਿਹਾਸ, ਇੱਕ ਰੈਕਡ ਬਣਾ ਦਿੱਤਾ ਹੈ। ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਦੀ ਸਰਕਾਰ ਇੱਕ ਵਾਰ ਫਿਰ ਤੋਂ ਚੁਣੀ ਗਈ। ਬੀਤੇ 15 ਸਾਲਾਂ ਤੋਂ ਬਿਹਾਰ ਦੀ ਸੱਤਾ ਤੇ ਵਿਰਾਜਮਾਨ ਨਿਤੀਸ਼ ਕੁਮਾਰ ਨੇ ਅੱਜ ਇੱਕ ਵਾਰ ਫਿਰ ਮੁੱਖ ਮੰਤਰੀ ਵਜੋਂ ਨਿਤੀਸ਼ ਕੁਮਾਰ ਨੇ ਸਹੁੰ ਚੁੱਕੀ ਹੈ ਤੇ ਸਹੁੰ 7ਵੀਂ ਵਾਰ ਚੁੱਕੀ ਹੈ। ਰਾਜ ਸਭਾ 'ਚ ਰਾਜਪਾਲ ਫਾਗੂ ਚੌਹਾਨ ਨੇ ਉਹਨਾਂ ਨੂੰ ਸਹੁੰ ਚੁਕਾਈ। 7ਵੀਂ ਵਾਰ ਉਹ ਬਿਹਾਰ ਦੇ ਮੁੱਖ ਮੰਤਰੀ ਬਣ ਗਏ ਹੈ। ਨਿਤੀਸ਼ ਕੁਮਾਰ ਤੋਂ ਬਾਅਦ ਤਾਰਕਿਸ਼ੋਰ ਪ੍ਰਸਾਦ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਅਤੇ ਉਹਨਾਂ ਤੋਂ ਬਾਅਦ ਰੇਣੂ ਦੇਵੀ ਨੇ ਸਹੁੰ ਚੁੱਕੀ। ਦੱਸਣਾ ਬਣਦਾ ਕਿ ਤਾਰਕਿਸ਼ੋਰ ਪ੍ਰਸਾਦ ਨੂੰ ਭਾਜਪਾ ਵਿਧਾਨ ਸਭਾ ਦਲ ਦਾ ਨੇਤਾ ਅਤੇ ਰੇਣੂ ਦੇਵੀ ਨੂੰ ਉਪ ਨੇਤਾ ਚੁਣਿਆ ਗਿਆ। ਇਸ ਤਰ੍ਹਾਂ ਨਿਤੀਸ਼ ਕੁਮਾਰ ਨਾਲ ਕੁੱਲ 14 ਮੰਤਰੀਆਂ ਨੇ ਵੀ ਸਹੁੰ ਚੁੱਕ ਲਈ। ਇਸ ਮੌਕੇ ਕੇਂਦਰੀ ਮੰਤਰੀ ਭਾਜਪਾ ਦੇ ਵੱਡੇ ਆਗੂ ਹੈ ਅਮਿਤ ਸ਼ਾਹ ਅਤੇ JP ਨੱਡਾ ਵੀ ਉੱਥੇ ਹਾਜ਼ਰ ਸਨ। ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਨੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ। ਬਿਹਾਰ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਉੱਥੇ NDA ਨੂੰ 125 ਸੀਟਾਂ ਮਿਲੀਆਂ, ਜਿਨ੍ਹਾਂ 'ਚੋਂ ਨਿਤੀਸ਼ ਕੁਮਾਰ ਦੀ JDU ਪਾਰਟੀ ਨੂੰ 43 ਅਤੇ ਭਾਰਤੀ ਜਨਤਾ ਪਾਰਟੀ ਨੂੰ 74 ਸੀਟਾਂ ਮਿਲੀਆਂ ਸੀ। ਨਿਤੀਸ਼ ਕੁਮਾਰ ਨੇ 2010 ਅਤੇ 2015 ਵਿੱਚ ਚੁਣਾਵੀ ਜਿੱਤ ਤੋਂ ਬਾਅਦ ਵੱਡੀ ਗਿਣਤੀ ਵਿੱਚ ਅੱਗੇ ਜਦੋਂ ਸਹੁੰ ਚੁੱਕ ਸਮਾਗਮ ਹੁੰਦਾ ਸੀ, ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜੂਦਗੀ ਹੁੰਦੀ ਸੀ। ਪਰ ਇਸ ਵਾਰ ਚੋਣਾਂ ਵੀ ਵੱਖਰੀਆਂ, ਸਮਾਗਮ ਵੀ ਵੱਖਰੇ। ਇਸ ਸਹੁੰ ਚੁੱਕ ਸਮਾਗਮ ਦੇ ਵਿੱਚ COVID-19 ਦਾ ਪ੍ਰਭਾਵ ਸਾਫ਼-ਸਾਫ਼ ਨਜ਼ਰ ਆਇਆ। ਪਰ ਉਨੀ ਵੱਡੀ ਗਿਣਤੀ ਵਿੱਚ ਹੋ ਸਕਦਾ ਹੈ ਕਿਉਂ ਇਹ ਵੱਡੀ ਜਿੱਤ ਸਮਝ ਰਹੇ ਨੇ। ਸ਼ਾਇਦ ਜੇਕਰ COVID-19 ਨਾ ਹੁੰਦਾ, ਵੱਧ ਗਿਣਤੀ ਵਿੱਚ ਵੱਡੇ ਲੀਡਰ, ਲੋਕ, ਉਹਨਾਂ ਦੇ ਸਹਿਯੋਗੀ ਪਹੁੰਚਦੇ। ਪਰ COVID-19 ਕਾਰਨ ਬਹੁਤੇ ਲੋਕ ਇਸ ਸਮਾਗਮ ਦਾ ਹਿੱਸਾ ਨਹੀਂ ਬਣ ਸਕੇ। ਬੀਤੇ ਦਿਨਾਂ ਤੋਂ ਤੁਹਾਨੂੰ ਯਾਦ ਹੋਣਾ ਕਿ ਹੁਣ ਤਾਂ 53-54 ਦਿਨ ਹੋ ਗਏ ਆ ਪੰਜਾਬ ਦੇ ਵਿੱਚ ਕਿਸਾਨ ਧਰਨੇ ਦੇ ਰਹੇ ਹੈ ਅਤੇ ਧਰਨਿਆਂ ਦੇ ਉੱਤੇ ਬੈਠਿਆਂ ਦੀ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨੇ ਜਿਹੜੇ 3 ਖੇਤੀ ਦੇ ਕਾਨੂੰਨ ਲਿਆਂਦੇ ਹੈ, ਇਹਨਾਂ ਦੇ ਖਿਲਾਫ ਸੰਘਰਸ਼ ਵਿੱਢੀ ਬੈਠੀ ਹੈ। ਇਸੇ ਦੌਰਾਨ ਬੀਤੇ ਦਿਨੀ ਖਬਰ ਆਈ ਸੀ ਕਿ ਕੋਟਪੂਰਾ ਮਾਰਗ ਸਥਿਤ ਕੋਲ ਟੋਲ ਪਲਾਜ਼ੇ ਦੇ ਧਰਨੇ ਤੇ ਬੈਠੇ ਬੀਤੇ 3 ਨਵੰਬਰ ਨੂੰ ਇੱਕ ਕਿਸਾਨ ਦੀ ਮੌਤ ਹੋਈ ਸੀ, ਜਿਸ ਦੇ ਕਾਰਨ ਧਰਨਾ ਲਾਇਆ ਜਾ ਰਿਹਾ ਸੀ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਮਿਲੇ, ਸਰਕਾਰੀ ਪੱਕੀ ਨੌਕਰੀ ਇੱਕ ਪਰਿਵਾਰਕ ਮੈਂਬਰ ਨੂੰ ਮਿਲੇ, ਕਰਜ਼ਾ ਮੁਆਫੀ ਮਿਲੇ। ਇਹ ਮੰਗਾਂ ਰੱਖੀਆਂ ਗਈਆਂ ਸਨ। 15ਵੇਂ ਦਿਨ ਜਾ ਕੇ ਹੁਣ ਭਲਕੇ ਇਸ ਕਿਸਾਨ ਦਾ ਸੰਸਕਾਰ ਕੀਤਾ ਜਾਣਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਸ ਜਥੇਬੰਦੀ ਦੀ ਅਗਵਾਈ ਦੇ ਹੇਠ ਕਿਸਾਨਾਂ ਨੇ ਮੁਆਵਜ਼ਾ ਰਾਸ਼ੀ ਅਤੇ ਹੋਰ ਮੰਗਾਂ ਲਈ ਪ੍ਰਸ਼ਾਸਨ ਦੀ ਟਾਲ ਮਟੋਲ ਨੀਤੀ ਦੇ ਖਿਲਾਫ ਜ਼ਿਲ੍ਹਾ ਸਕੱਤਰੇਤ ਦਾ ਕੀਤੇ ਕਈ ਦਿਨ ਤੋਂ ਘਿਰਾਓ ਕੀਤਾ ਹੋਇਆ ਸੀ। ਇਸ ਘਿਰਾਓ ਦੇ ਵਿੱਚ ਸਿਰਫ ਕਿਸਾਨ ਨਹੀਂ, ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਤੇ ਬੱਚੇ ਵੀ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਸਾਨ ਜਥੇਬੰਦੀ ਨੂੰ ਗੱਲਬਾਤ ਦਾ ਸੱਦਾ ਦਿੱਤਾ। BKU ਏਕਤਾ ਉਗਰਾਹਾਂ ਦੇ ਆਗੂ ਇਸ ਗੱਲਬਾਤ ਦੇ ਵਿੱਚ ਗਏ ਅਤੇ ਹਿੱਸਾ ਲਿਆ।
इस मौके किसानां ने कहा कि किसान जगरूप सिंह पिंड डेमरू कलां की मौत हुई सी। केंद्र सरकार ते राज सरकार उन्हां दी मौत की असीं जिम्मेवार मानते हैं। डिप्टी कमिश्नर ने दस्सिया कि मृतक किसान जगरूप सिंह पिंड डेमरू कलां लई मुआवजा राशि दे विचों 3 लाख रुपए उन्हां दे खाते विच ट्रांसफर कर दिते गए। 2 लाख रुपए अज देण दा वादा कर दिता गया। 5 लाख रुपए अंतिम अरदास भोग मौके दिते जाण दा वादा किया गया। उन्हां मृतक किसान का करजा मुआफ करन अते इस दे वारसां नूं सरकारी नौकरी देण दे वास्ते सिफारिशां भेज दित्तियां ने। इहदे तो बाद किसानां ने मृतक किसान का अज संस्कार करन वास्ते धरना चुक लिया ते ऐलान कर दिता। अते इह जदों मंगां मन लईआं गईआं ते धरना फिर जेतू रैली विच उन्हां ने तब्दील करके इस घिराओ नूं खत्म कर दिता। अगली खबर, जदों मार्च के महीने दे विच तुहानूं याद होना है कि पंजाब दे विच भारत दे विच कोविड-19 लगातार फैलण लग्या, वधण लग्या। बहुत सारे जिहड़े मजदूर लोग सी आपो अपने गृह सूबिਆਂ ਨੂੰ जाण लगे। तो फिर उहदे तो बाद जदों पंजाब दे विच जहरीली शराब पी के 100 तो वध मौतां होईआं, जदों खबर सामने आई कि हरियाणा दे विच बच्चे तक स्कूल विच पढ़ना चाहुंदे आ पर गरीब आ, उन्हां कोले सैल फोन नहीं, मोबाइल फोन नहीं, स्मार्टफोन नहीं ने, तो फिर सामने आए सन सोनू सूद। हुण भारती चोण कमिशन ने एक पत्र जारी करके इस मशहूर अदाकार ते प्रोड्यूसर सोनू सूद नूं पंजाब स्टेट लई आइकन नियुक्त करन नूं प्रवानगी दे दित्ती है। इस संबंधी जानकारी दिंदिआं मुख चोण अफसर ने डॉक्टर एस करण राजू ने दस्सिआ कि सोनू सूद नूं स्टेट आइकन नियुक्त करन संबंधी पंजाब चोण जिहड़े अफसर ने, मुख चोण अफसर ने इस संबंधी भारती चोण कमिशनर दे एक प्रस्ताव भेजे सी, जिस नूं उन्हां ने प्रवानगी दे दित्ती है, जिहदे नाल हुण पंजाब सूबे लई सोनू सूद नाल मिल के लोकां 'च चोण प्रक्रिया संबंधी जागरूकता पैदा की जाएगी। हुण सोनू सूद लोकां दे इस वक्त हरमन प्यारे आपां आख सकते हैं कि आइकॉन दे वजों विचरणगे। सोनू सूद ने हिंदी च भी, तामिल दे विच भी, तेलगू विच भी, कन्नड़ विच भी, पंजाबी समेत कई भाषावां दे विच फिल्मां बनाईआं ने ते अपनी अदाकारी दा लोहा मनवाया है। पर इहदे तो वाधू जे गल कोई कीती जावे तां जिस तरह मैं जिक्र कर रहा सी कि कोविड काल दे दौरान, तालाबंदी दे दौरान सोनू सूद ने वक्खो वक्ख थावां तो फसे प्रवासी मजदूरां नूं उन्हां दे घरों घरी पहुंचाउण दा काम कीता। बाहरले मुल्कां दे विच जिहड़े काम सरकारां दे सी, जो सरकारां ना कर सकियां, सोनू सूद ने अपने खर्चे ते उन्हां दे बच्चों नूं वापस लियाउण वास्ते शलाघायोग काम कीता। ते जिन्हां दे परिवार दे माँ ते बाप, तुहानूं याद होना कि जहरीली शराब पीण कारण बंदे की मौत हुई तो उहदे सदमे विच उहदी घरवाली की मौत हो गई सी। वो बच्चों नूं कहा कि तुहाडे सिर ते छत भी होएगी, तुहानूं जिहो जे स्कूल विच पढ़न वास्ते तुहाडा भविख इंतजार कर रहा है, उत्थे मैं तुहानूं पढ़ावांगा भी। उहदे तो बाद सोनू सूद लोकां दे दिलां विच होर घर कर चुके सन। सोनू सूद नूं कई वक्खो वक्ख राज सरकारां वल्लों अवार्ड भी दिते जा चुके हैं, पर आ सब तो वड्डा अवार्ड हुंदा है जिहड़ा सोनू सूद नूं लोक दिलों दुआवां दे के अवार्ड दे रहे हैं। सो दोस्तों, ये अज दीआं कुछ खबरां सन। उम्मीद कर रहे हैं कि तुहानूं ये खबरां, ये जानकारियां चंगियां लगियां होणगियां। जेकर हाले तक तुसीं अपने इस चैनल नूं सबसक्राइब नहीं किया, सबसक्राइब करके नोटिफिकेशन वाली घंटी जरूर नप लिओ। जेकर जानकारियां चंगियां लगियां लाइक ते शेयर जरूर कर दिओ। ते कल जिहड़ा प्रोग्राम पेश कीता सी सरदार करतार सिंह सराभा ਅਤੇ ਉਹਨਾਂ ਦੇ ਸਾਥੀਆਂ ਨੂੰ ਸਮਰਪਿਤ ਕੀਤਾ ਸੀ, ਤੁਸੀਂ ਉਸ ਨੂੰ ਪਸੰਦ ਕੀਤਾ, ਤੁਹਾਡਾ ਧੰਨਵਾਦ। ਪਰ ਬੇਨਤੀ ਹੈ ਕਿ ਉਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਦੀ ਸ਼ਹਾਦਤ ਸੰਖੇਪ ਦੇ ਵਿੱਚ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਵੱਧ ਤੋਂ ਵੱਧ ਸਾਡੇ ਦਰਸ਼ਕਾਂ ਤੱਕ ਪੁੱਜਦੀ ਹੋ ਸਕੇ। ਇਸ ਦੇ ਨਾਲ ਹੀ ਧੰਨਵਾਦੀ ਹੋਵਾਂਗਾ ਤੇ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।